Dear students, Sat Shri Akal Ji. Most welcome in Creative Guru Ji. Please subscribe the channel and hit the bell icon for latest video notifications. Science class 10th chapter 2 Acids, Base and Salts. ਚੈਪਟਰ ਨੂੰ ਇੰਟਰੋਡਿਊਸ ਕਰਨ ਤੋਂ ਬਾਅਦ ਅਤੇ ਐਸਿਡ, ਬੇਸ ਅਤੇ ਇੰਡੀਕੇਟਰਸ ਬਾਰੇ ਜਾਣਨ ਤੋਂ ਬਾਅਦ ਹੁਣ ਅਸੀਂ ਚੱਲਦੇ ਹਾਂ ਆਪਣੇ ਅਗਲੇ ਟੌਪਿਕ ਕੈਮੀਕਲ ਪ੍ਰੋਪਰਟੀਜ਼ ਆਫ ਐਸਿਡਸ ਐਂਡ ਬੇਸਿਸ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕੈਮੀਕਲ ਪ੍ਰੋਪਰਟੀਜ਼ ਆਫ ਐਸਿਡਸ। ਫਸਟ ਵਨ, ਐਕਸ਼ਨ ਵਿਦ ਮੈਟਲਸ। dilute acids like dilute HCl and dilute H2SO4 react with certain active metals to evolve hydrogen gas। dilute acid ਜਿਹੜੇ ਆ ਜਿਸ ਤਰ੍ਹਾਂ HCl ਹੋ ਗਿਆ, H2SO4 ਹੋ ਗਿਆ, ਜਦੋਂ ਇਹ ਕੁਝ ਐਕਟਿਵ ਮੈਟਲਸ ਦੇ ਨਾਲ ਰਿਐਕਟ ਕਰਦੇ ਆ ਤਾਂ ਹਾਈਡਰੋਜਨ ਗੈਸ ਨਿਕਲਦੀ ਹੈ। ਫੋਰ ਐਗਜ਼ਾਮਪਲ 2Na plus 2HCl gives 2NaCl plus H2। Second example, Mg plus H2SO4 gives MgSO4 plus H2। ਦੋਨੋਂ ਰਿਐਕਸ਼ਨਸ ਦੇ ਵਿੱਚ ਰਿਐਕਸ਼ਨ ਹੋਣ ਤੋਂ ਬਾਅਦ ਹਾਈਡਰੋਜਨ ਗੈਸ ਇਵੋਲਵ ਹੋ ਰਹੀ ਹੈ, ਹਾਈਡਰੋਜਨ ਗੈਸ ਨਿਕਲ ਰਹੀ ਹੈ। ਇੱਥੇ ਇੱਕ ਪ੍ਰਸ਼ਨ ਉਤਪੰਨ ਹੁੰਦਾ ਹੈ ਕਿ ਐਕਟਿਵ ਮੈਟਲਸ ਕੀ ਹੁੰਦੀਆਂ ਹਨ। ਐਕਟਿਵ metals which can displace hydrogen from dilute acids are known as active metals। ਜਿਹੜੀਆਂ ਮੈਟਲਸ ਹਾਈਡਰੋਜਨ ਨੂੰ ਡਿਲੂਟ ਐਸਿਡ ਦੇ ਵਿੱਚੋਂ ਡਿਸਪਲੇਸ ਕਰ ਦਿੰਦੀਆਂ ਹਨ, ਵਿਸਥਾਪਿਤ ਕਰ ਦਿੰਦੀਆਂ ਹਨ, ਉਹਨਾਂ ਨੂੰ ਐਕਟਿਵ ਮੈਟਲਸ ਕਹਿੰਦੇ ਹਨ। ਫੋਰ ਐਗਜ਼ਾਮਪਲ Na, K, Zn, Mg ਐਕਸੈਟਰਾ। ਜਿਸ ਤਰ੍ਹਾਂ ਤੁਹਾਨੂੰ ਇਸ ਚਿੱਤਰ ਦੇ ਵਿੱਚ ਵੀ ਕੁਝ ਐਕਟਿਵ ਮੈਟਲਸ ਦਿਖਾਈ ਦੇ ਰਹੀਆਂ ਹਨ। ਹੁਣ ਚੱਲਦੇ ਆ ਅਗਲੇ ਰਿਐਕਸ਼ਨਸ ਦੇ ਉੱਤੇ। ਐਕਸ਼ਨ ਵਿਦ ਮੈਟਲ ਆਕਸਾਈਡ। Acids react with metal oxide to form salt and water। These reactions are mostly carried out upon heating। ਜਿਹੜੇ ਐਸਿਡ ਆ ਉਹ ਮੈਟਲ ਆਕਸਾਈਡ ਦੇ ਨਾਲ ਰਿਐਕਟ ਕਰਕੇ ਸੋਲਟ ਅਤੇ ਵਾਟਰ ਬਣਾਉਂਦੇ ਹਨ। ਇਹ ਰਿਐਕਸ਼ਨ ਜ਼ਿਆਦਾਤਰ ਤਾਪ ਦੇ ਉੱਤੇ ਕੀਤੇ ਜਾਂਦੇ ਹਨ। ਓਕੇ, ਫੋਰ ਐਗਜ਼ਾਮਪਲ ZnO plus 2HCl gives ZnCl2 plus H2O। Second example, MgO plus H2SO4 gives MgSO4 plus H2O। ਦੋਨੋਂ ਹੀ ਰਿਐਕਸ਼ਨਸ ਦੇ ਵਿੱਚ ਰਿਐਕਸ਼ਨ ਹੋਣ ਤੋਂ ਬਾਅਦ ਸਾਡੇ ਕੋਲ ਸੋਲਟ ਅਤੇ ਵਾਟਰ ਬਣ ਰਿਹਾ ਹੈ। ਨੈਕਸਟ ਰਿਐਕਸ਼ਨ, ਥਰਡ, ਐਕਸ਼ਨ ਵਿਦ ਬੇਸਿਸ। ਐਸਿਡ ਰਿਐਕਟ ਵਿਦ ਬੇਸਿਸ ਟੂ ਗਿਵ ਸੋਲਟ ਐਂਡ ਵਾਟਰ। ਜਿਹੜੇ ਐਸਿਡ ਹੈ ਉਹ ਬੇਸ ਦੇ ਨਾਲ ਰਿਐਕਟ ਕਰਕੇ ਸੋਲਟ ਅਤੇ ਵਾਟਰ ਬਣਾਉਂਦੇ ਹਨ। ਫੋਰ ਐਗਜ਼ਾਮਪਲ HCl plus NaOH gives NaCl plus H2O। HCl ਹਾਈਡਰੋਕਲੋਰਿਕ ਐਸਿਡ, NaOH ਸੋਡੀਅਮ ਹਾਈਡਰੋਕਸਾਈਡ ਬਣਾ ਕੀ ਰਹੇ ਆ NaCl, sodium chloride, H2O, water। Next reaction, action with metal carbonates। Metal carbonates react with acids to evolve CO2 gas and form salt। ਮੈਟਲ ਕਾਰਬੋਨੇਟਸ ਐਸਿਡ ਨਾਲ ਜਦੋਂ ਰਿਐਕਟ ਕਰਦੇ ਹਨ ਤਾਂ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ ਅਤੇ ਸਾਲਟ ਵੀ ਨਾਲ ਬਣਦੇ ਹਨ। ਫੋਰ ਐਗਜ਼ਾਮਪਲ CaCO3 plus 2HCl gives CaCl2 plus H2O plus CO2। Next reaction, action with metal bicarbonates। Metal bicarbonates react with acid to evolve CO2 gas and form salt। ਜਿਸ ਤਰ੍ਹਾਂ ਸਾਡੇ ਕੋਲ ਮੈਟਲ ਕਾਰਬੋਨੇਟਸ ਐਸਿਡ ਨਾਲ ਰਿਐਕਟ ਕਰਨ ਤੋਂ ਬਾਅਦ ਕਾਰਬਨ ਡਾਈਆਕਸਾਈਡ ਗੈਸ ਅਤੇ ਸੋਲਟ ਬਣਾਉਂਦੇ ਹਨ, ਉਸੇ ਤਰ੍ਹਾਂ ਸਾਡੇ ਕੋਲ ਮੈਟਲ ਬਾਈਕਾਰਬੋਨੇਟਸ ਵੀ ਐਸਿਡ ਨਾਲ ਰਿਐਕਟ ਕਰਨ ਤੋਂ ਬਾਅਦ ਕਾਰਬਨ ਡਾਈਆਕਸਾਈਡ ਗੈਸ ਛੱਡਦੇ ਹਨ ਅਤੇ ਸੋਲਟ ਬਣਾਉਂਦੇ ਹਨ। ਫੋਰ ਐਗਜ਼ਾਮਪਲ 2NaHCO3 plus H2SO4 gives Na2SO4 plus H2O plus CO2। ਹੁਣ ਚੱਲਦੇ ਹਾਂ ਕੈਮੀਕਲ ਪ੍ਰੋਪਰਟੀਜ਼ ਆਫ ਬੇਸਿਸ ਤੇ। ਫਸਟ ਵਨ, ਐਕਸ਼ਨ ਵਿਦ ਮੈਟਲਸ। ਮੈਟਲਸ ਲਾਈਕ ਜ਼ਿੰਕ, tin and aluminium react with strong alkalis like NaOH, KOH to evolve hydrogen gas। ਜ਼ਿੰਕ, tin, ਐਲੂਮੀਨੀਅਮ ਵਰਗੀਆਂ ਮੈਟਲਸ ਜਿਹੜੀਆਂ ਹੈ ਸਟਰੋਂਗ ਐਲਕਲੀਸ NaOH, KOH ਦੇ ਨਾਲ ਰਿਐਕਟ ਕਰਕੇ ਹਾਈਡਰੋਜਨ ਗੈਸ ਉਤਪੰਨ ਕਰਦੀਆਂ ਹਨ। For example, Zn plus 2NaOH gives Na2ZnO2 plus H2O। ਇਸ ਦੇ ਵਿੱਚ ਕੀ ਹੋ ਰਿਹਾ ਹੈ? ਹਾਈਡਰੋਜਨ ਗੈਸ ਇਵੋਲਵ ਹੋ ਰਹੀ ਹੈ, ਉਤਪੰਨ ਹੋ ਰਹੀ ਹੈ। ਸੈਕੰਡ ਰਿਐਕਸ਼ਨ, ਐਕਸ਼ਨ ਵਿਦ ਨਾਨ ਮੈਟੈਲਿਕ ਆਕਸਾਈਡ। ਬੇਸਿਸ ਰਿਐਕਟ ਵਿਦ ਆਕਸਾਈਡ ਆਫ ਨਾਨ ਮੈਟਲਸ ਟੂ ਫਾਰਮ ਸੋਲਟ ਐਂਡ ਵਾਟਰ। ਬੇਸ ਨਾਨ ਮੈਟੈਲਿਕ ਆਕਸਾਈਡ ਦੇ ਨਾਲ ਰਿਐਕਟ ਕਰਕੇ ਸੋਲਟ ਅਤੇ ਵਾਟਰ ਬਣਾਉਂਦੇ ਹਨ। ਫੋਰ ਐਗਜ਼ਾਮਪਲ 2NaOH plus CO2 gives Na2CO3 plus H2O। ਹੁਣ ਚੱਲਦੇ ਆ ਸਭ ਤੋਂ ਮਹੱਤਵਪੂਰਨ ਰਿਐਕਸ਼ਨਸ ਦੇ ਉੱਤੇ। ਨਿਊਟਰਲਾਈਜੇਸ਼ਨ। It may be defined as a reaction between acid and bases present in aqueous solution to form salt and water। ਇਸ ਨੂੰ ਅਸੀਂ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ
ਕਿ ਐਕੁਅ ਸੋਲਿਊਸ਼ਨ ਦੇ ਵਿੱਚ ਪਏ ਹੋਏ ਐਸਿਡ ਅਤੇ ਬੇਸ ਦੇ ਵਿਚਲਾ ਰਿਐਕਸ਼ਨ ਹੈ ਜਿਹੜਾ ਕਿ ਰਿਐਕਸ਼ਨ ਕਰਨ ਤੋਂ ਬਾਅਦ ਸੋਲਟ ਅਤੇ ਵਾਟਰ ਬਣਾਉਂਦੇ ਹਨ। ਫੋਰ ਐਗਜ਼ਾਮਪਲ HCl plus NaOH gives NaCl plus H2O. Basically, neutralization is the combination between H positive ion of an acid with OH negative ion of the base to form H2O. ਨਿਊਟ੍ਰੀਲਾਈਜੇਸ਼ਨ ਕੀ ਹੈ? ਕੰਬੀਨੇਸ਼ਨ ਹੈ। ਕਾਹਦਾ ਕੰਬੀਨੇਸ਼ਨ ਹੈ? H ਪੋਜ਼ਿਟਿਵ ਆਇਨ ਦਾ ਜਿਹੜਾ ਕਿ ਐਸਿਡ ਦੇ ਵਿੱਚ ਪ੍ਰੈਜ਼ੈਂਟ ਹੈ ਤੇ OH ਨੈਗੇਟਿਵ ਆਇਨ ਦਾ ਜਿਹੜਾ ਕਿ ਬੇਸ ਦੇ ਵਿੱਚ ਪ੍ਰੈਜ਼ੈਂਟ ਹੈ। H ਪੋਜ਼ਿਟਿਵ ਆਇਨ ਤੇ OH ਨੈਗੇਟਿਵ ਆਇਨ ਮਿਲ ਕੇ ਕੀ ਬਣਾ ਦਿੰਦੇ ਹਨ? H2O ਵਾਟਰ ਬਣਾ ਦਿੰਦੇ ਹਨ। ਨਿਊਟ੍ਰੀਲਾਈਜੇਸ਼ਨ ਰਿਐਕਸ਼ਨ ਇਨਵੋਲਵਿੰਗ ਐਨ ਐਸਿਡ ਐਂਡ ਬੇਸ ਇਜ਼ ਆਫ ਐਗਜ਼ੋਥਰਮਿਕ ਨੇਚਰ। ਨਿਊਟ੍ਰੀਲਾਈਜੇਸ਼ਨ ਰਿਐਕਸ਼ਨ ਜਿਹਦੇ ਵਿੱਚ ਐਸਿਡ ਅਤੇ ਬੇਸ ਇਨਵੋਲਵ ਹੋ ਰਹੇ ਹੁੰਦੇ ਹਨ, ਇਹ ਐਗਜ਼ੋਥਰਮਿਕ ਨੇਚਰ ਦਾ ਹੁੰਦਾ ਹੈ, ਮਤਲਬ ਇਸ ਦੇ ਵਿੱਚ ਤਾਪ ਉਤਪੰਨ ਹੁੰਦਾ ਹੈ। Heat is evolved in all neutralization reaction. ਸਾਰੇ ਹੀ ਨਿਊਟ੍ਰੀਲਾਈਜੇਸ਼ਨ ਰਿਐਕਸ਼ਨਾਂ ਦੇ ਵਿੱਚ ਹੀਟ ਨਿਕਲਦੀ ਹੁੰਦੀ ਹੈ, ਤਾਪ ਊਰਜਾ ਨਿਕਲਦੀ ਹੈ। If both acids and bases are strong, the value of heat energy evolved remains same irrespective of their nature. ਜੇ ਐਸਿਡ ਅਤੇ ਬੇਸ ਸਟਰੋਂਗ ਵੀ ਹੈ ਪਰ ਹੀਟ એનર્ਜੀ ਨਿਕਲਣ ਦੀ ਵੈਲਿਊ ਹਮੇਸ਼ਾ ਸੇਮ ਹੀ ਰਹਿੰਦੀ ਹੈ, ਇਸ ਦੇ ਨੇਚਰ ਤੇ ਵਿਪਰੀਤ। ਐਪਲੀਕੇਸ਼ਨਸ ਆਫ ਨਿਊਟ੍ਰੀਲਾਈਜੇਸ਼ਨ। ਫਰਸਟ ਵਨ, ਐਸਿਡਿਟੀ। ਜ਼ਿਆਦਾ ਉਮਰ ਦੇ ਲੋਕ ਖਾਸ ਕਰਕੇ ਐਸਿਡਿਟੀ ਦੀ ਸਮੱਸਿਆ ਤੋਂ ਪੀੜਤ ਹਨ। ਇਹ ਪੇਟ ਵਿੱਚ ਮੁੱਖ ਤੌਰ ਤੇ ਬਹੁਤ ਜ਼ਿਆਦਾ ਹਾਈਡਰੋਕਲੋਰਿਕ ਜੂਸਾਂ ਦੇ ਨਿਕਲਣ ਕਾਰਨ ਹੁੰਦਾ ਹੈ। ਐਸਿਡਿਟੀ ਦੀ ਸਮੱਸਿਆ ਨੂੰ ਐਂਟਾਸਿਡ ਗੋਲੀਆਂ ਦੇ ਨਾਲ ਸਹੀ ਕੀਤਾ ਜਾਂਦਾ ਹੈ, ਜਿਸ ਵਿੱਚ ਸੋਡੀਅਮ ਹਾਈਡਰੋਜਨ ਕਾਰਬੋਨੇਟ, ਬੇਕਿੰਗ ਸੋਡਾ, ਮੈਗਨੀਸ਼ੀਅਮ ਹਾਈਡਰੋਕਸਾਈਡ ਆਦਿ ਹੁੰਦੇ ਹਨ। ਸੈਕੰਡ ਵਨ, ਦਾ ਸਟਿੰਗਸ ਆਫ ਬੀਸ ਐਂਡ ਆਂਟਸ। ਮਧੂਮੱਖੀਆਂ ਤੇ ਕੀੜੀਆਂ ਦੇ ਸਟਿੰਗ ਵਿੱਚ ਫਾਰਮਿਕ ਐਸਿਡ ਹੁੰਦਾ ਹੈ। ਇਸ ਦੇ ਖਰਾਬ ਅਤੇ ਜ਼ਹਿਰੀਲੇ ਪ੍ਰਭਾਵ ਨੂੰ ਸਾਬਣ ਨਾਲ ਧੋ ਕੇ ਬੇਅਸਰ ਕੀਤਾ ਜਾ ਸਕਦਾ ਹੈ, ਜਿਸ ਵਿੱਚ ਖਾਰ ਹੁੰਦਾ ਹੈ। ਦਾ ਨੈਕਸਟ ਵਨ, ਦਾ ਸਟਿੰਗਸ ਆਫ ਬਾਸਪ। ਬਾਸਪ ਦੇ ਡੰਗ ਵਿੱਚ ਵੀ ਇੱਕ ਖਾਰ ਹੁੰਦਾ ਹੈ। ਇਸ ਦੇ ਜ਼ਹਿਰੀਲੇ ਪ੍ਰਭਾਵ ਨੂੰ ਐਸਟਿਕ ਐਸਿਡ, ਜੋ ਕਿ ਸਿਰਕੇ ਵਰਗੇ ਪਦਾਰਥਾਂ ਵਿੱਚ ਮੌਜੂਦ ਹੁੰਦਾ ਹੈ, ਦੁਆਰਾ ਨਿਊਟ੍ਰੀਲਾਈਜ਼ ਕੀਤਾ ਜਾਂਦਾ ਹੈ। ਲਾਸਟ ਵਨ, ਐਸਿਡ ਰੇਨ। ਕਿਸਾਨ ਮਿੱਟੀ ਵਿੱਚ ਸਲੇਕਟ ਚੂਨਾ, ਕੈਲਸ਼ੀਅਮ ਹਾਈਡਰੋਕਸਾਈਡ ਮਿਲਾ ਕੇ ਐਸਿਡ ਰੇਨ ਤੇਜ਼ਾਬੀ ਵਰਖਾ ਦੇ ਕਾਰਨ ਮਿੱਟੀ ਵਿੱਚ ਵਧੀ ਹੋਈ ਐਸਿਡਿਟੀ ਦੇ ਪ੍ਰਭਾਵ ਨੂੰ ਬੇਅਸਰ ਕਰਦੇ ਹਨ। ਹੁਣ ਗੱਲ ਕਰਦੇ ਹਾਂ ਸਟਰੋਂਗ ਅਤੇ ਵੀਕ ਐਸਿਡਸ ਦੀ। ਸਟਰੋਂਗ ਐਂਡ ਵੀਕ ਐਸਿਡਸ। ਫਰਸਟ ਵਨ, ਸਟਰੋਂਗ ਐਸਿਡਸ। ਐਸਿਡਸ which are completely ionized in water are known as strong acid. ਜਿਹੜੇ ਐਸਿਡ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਟੁੱਟ ਜਾਂਦੇ ਹਨ, ਉਹਨਾਂ ਨੂੰ ਸਟਰੋਂਗ ਐਸਿਡ ਕਹਿੰਦੇ ਹਨ। For example, HCl plus water gives H positive plus Cl negative ion. HCl, H2SO4, etc. all are strong acids. Next one, weak acids. Acids which are weakly ionized in water are known as weak acid. ਜਿਹੜੇ ਐਸਿਡ ਪੂਰੀ ਤਰ੍ਹਾਂ ਦੇ ਨਾਲ ਵਾਟਰ ਦੇ ਵਿੱਚ, ਪਾਣੀ ਦੇ ਵਿੱਚ ਨਹੀਂ ਟੁੱਟਦੇ, ਉਹਨਾਂ ਨੂੰ ਆਪਾਂ ਵੀਕ ਐਸਿਡ ਕਹਿੰਦੇ ਹਨ। For example, CH3COOH plus water gives CH3COO negative ion plus H positive ion. CH3COOH, HCOOH etc. all are weak acids. ਅੱਗੇ ਗੱਲ ਕਰਦੇ ਹਾਂ ਸਟਰੋਂਗ ਅਤੇ ਵੀਕ ਬੇਸਿਸ ਦੀ। ਸਟਰੋਂਗ ਐਂਡ ਵੀਕ ਬੇਸਿਸ। ਫਸਟ ਵਨ, ਸਟਰੋਂਗ ਬੇਸਿਸ। Bases which are almost completely ionized in water are known as strong bases. ਜਿਹੜੇ ਬੇਸ ਲਗਭਗ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਟੁੱਟ ਜਾਂਦੇ ਹਨ, ਉਹਨਾਂ ਨੂੰ ਸਟਰੋਂਗ ਬੇਸ ਕਹਿੰਦੇ ਹਨ। For example, NaOH plus water gives Na positive ion plus OH negative ion. Next one, weak bases. Bases which are feebly ionized on dissolving in water and reduce a low concentration of hydroxyl ions are called weak bases. ਜਿਹੜੇ ਬੇਸ ਪਾਣੀ ਦੇ ਵਿੱਚ ਡਿਸੋਲਵ ਕਰਨ ਤੇ ਬਹੁਤ ਘੱਟ ਟੁੱਟਦੇ ਹਨ, ਉਹਨਾਂ ਨੂੰ ਆਪਾਂ ਵੀਕ ਬੇਸ ਕਹਿੰਦੇ ਹਨ। Now move to the conducting nature of acid and base solution. Acids are the substance which contains one or more hydrogen atom in their molecules which they can release in water as H positive ion. ਉਹ ਪਦਾਰਥ ਜਿਨ੍ਹਾਂ ਦੇ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਹਾਈਡਰੋਜਨ ਐਟਮ ਉਹਨਾਂ ਦੇ ਮੋਲੀਕੂਲਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਹਨ, ਉਹਨਾਂ ਨੂੰ ਐਸਿਡ ਕਹਿੰਦੇ ਹਨ। ਇਹ H positive ion ਵਾਟਰ ਦੇ ਵਿੱਚ ਰਿਲੀਜ਼ ਕਰਦੇ ਹਨ। Similarly, bases are the substance which contains one or more hydroxyl group in their molecules which they can release in water as OH negative ion. ਇਸੇ ਤਰ੍ਹਾਂ ਉਹ ਪਦਾਰਥ ਜਿਨ੍ਹਾਂ ਦੇ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਹਾਈਡਰੋਕਸਲ ਗਰੁੱਪ ਉਹਨਾਂ ਦੇ ਮੋਲੀਕੂਲਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਹਨ, ਉਹਨਾਂ ਨੂੰ ਅਸੀਂ ਬੇਸ ਕਹਿੰਦੇ ਹਾਂ, ਅਤੇ ਇਹ ਵਾਟਰ ਦੇ ਵਿੱਚ OH negative ion ਰਿਲੀਜ਼ ਕਰਦੇ ਹਨ। Since the ions are the carriers of charge, therefore the aqueous solution of both acids and bases are conductors of electricity. ਜਿਹੜੇ ਆਇਨ ਹੁੰਦੇ ਆ ਉਹ ਕੈਰੀਅਰ ਹੁੰਦੇ ਆ ਚਾਰਜ ਦਾ, ਇਸ ਲਈ ਜਿਹੜਾ ਐਕੁਅਸ ਸੋਲਿਊਸ਼ਨ ਹੁੰਦਾ ਹੈ ਐਸਿਡ ਅਤੇ ਬੇਸ ਦੋਨਾਂ ਦਾ, ਉਹ ਕੀ ਹੁੰਦਾ ਹੈ? ਕੰਡਕਟਰ ਆਫ ਇਲੈਕਟ੍ਰਿਸਿਟੀ ਹੁੰਦਾ ਹੈ। ਲੈਟਸ ਕੰਪੇਅਰ ਦਾ ਪ੍ਰੋਪਰਟੀਜ਼ ਆਫ ਐਸਿਡਸ ਐਂਡ ਬੇਸਿਸ। ਐਸਿਡਸ, ਬੇਸਿਸ।
First one, substance with sour taste are regarded as acid. ਜਿਨ੍ਹਾਂ ਪਦਾਰਥਾਂ ਦਾ ਸਵਾਦ ਖੱਟਾ ਹੁੰਦਾ ਹੈ ਉਹਨਾਂ ਨੂੰ ਅਸੀਂ ਐਸਿਡ ਕਹਿੰਦੇ ਹਾਂ। Substances with bitter taste are regarded as base. ਜਿਨ੍ਹਾਂ ਪਦਾਰਥਾਂ ਦਾ ਸਵਾਦ ਕੌੜਾ ਹੁੰਦਾ ਹੈ ਉਹਨਾਂ ਨੂੰ ਅਸੀਂ ਬੇਸ ਕਹਿੰਦੇ ਹਾਂ। Acid change the color of blue litmus to red. ਜਿਹੜੇ ਐਸਿਡ ਹੈ ਤੇਜ਼ਾਬ ਹੈ ਇਹ ਬਲੂ ਲਿਟਮਸ ਦਾ ਕਲਰ ਚੇਂਜ ਕਰਕੇ ਰੈੱਡ ਕਰ ਦਿੰਦੇ ਹਨ, ਲਾਲ ਕਰ ਦਿੰਦੇ ਹਨ। ਬੇਸਿਸ ਚੇਂਜ ਦਾ ਕਲਰ ਆਫ ਰੈੱਡ ਲਿਟਮਸ ਟੂ ਬਲੂ। ਜਿਹੜੇ ਬੇਸ ਆ ਉਹ ਰੈੱਡ ਲਿਟਮਸ ਦਾ ਕਲਰ ਚੇਂਜ ਕਰਕੇ ਬਲੂ ਕਰ ਦਿੰਦੇ ਹਨ। ਥਰਡ ਵਨ, ਐਸਿਡ ਸ਼ੋ ਇਲੈਕਟ੍ਰੀਕਲ ਕੰਡਕਟਿਵਿਟੀ ਇਨ ਐਕੁਅਸ ਸੋਲਿਊਸ਼ਨ। ਐਸਿਡ ਇਲੈਕਟ੍ਰੀਕਲ ਕੰਡਕਟਿਵਿਟੀ ਸ਼ੋ ਕਰਦੇ ਆ ਐਕੁਅਸ ਸੋਲਿਊਸ਼ਨ ਦੇ ਵਿੱਚ। ਬੇਸਿਸ ਆਰ ਆਲਸੋ ਸ਼ੋ ਇਲੈਕਟ੍ਰੀਕਲ ਕੰਡਕਟਿਵਿਟੀ ਇਨ ਐਕੁਅਸ ਸੋਲਿਊਸ਼ਨ। ਬੇਸਿਸ ਵੀ ਇਲੈਕਟ੍ਰੀਕਲ ਕੰਡਕਟਿਵਿਟੀ ਨੂੰ ਐਕੁਅਸ ਸੋਲਿਊਸ਼ਨ ਦੇ ਵਿੱਚ ਸ਼ੋ ਕਰਦੇ ਹਨ, ਦਿਖਾਉਂਦੇ ਹਨ। Fourth, acidic properties disappear when react with base. ਐਸਿਡ ਦੀਆਂ ਐਸਿਡਿਕ ਪ੍ਰੋਪਰਟੀ ਡਿਸਅਪੀਅਰ ਹੋ ਜਾਂਦੀ ਹੈ ਜਦੋਂ ਉਹ ਬੇਸ ਦੇ ਨਾਲ ਰਿਐਕਟ ਕਰਦਾ ਹੈ। ਬੇਸਿਸ ਪ੍ਰੋਪਰਟੀ ਡਿਸਅਪੀਅਰ ਵੈਨ ਰਿਐਕਟ ਵਿਦ ਐਸਿਡ। ਬੇਸ ਦੀਆਂ ਪ੍ਰੋਪਰਟੀ ਵੀ ਡਿਸਅਪੀਅਰ ਹੋ ਜਾਂਦੀ ਹੈ ਜਦੋਂ ਉਹ ਕਿਸੇ ਐਸਿਡ ਦੇ ਨਾਲ ਰਿਐਕਟ ਕਰਦਾ ਹੈ। Now move to the role of water in ionization of acids and bases. Substances can act as acids and bases only in the presence of water in aqueous solution. ਪਦਾਰਥ ਐਸਿਡ ਅਤੇ ਬੇਸ ਦੀ ਤਰ੍ਹਾਂ ਉਦੋਂ ਹੀ ਬਿਹੇਵ ਕਰਦੇ ਹਨ ਜਦੋਂ ਉਹ ਪਾਣੀ ਦੇ ਐਕੁਅਸ ਸੋਲਿਊਸ਼ਨ ਦੇ ਵਿੱਚ ਪਏ ਹੁੰਦੇ ਹਨ। ਖੁਸ਼ਕ ਅਵਸਥਾ ਵਿੱਚ, ਜਿਸ ਨੂੰ ਅਸੀਂ ਐਨਹਾਈਡਰਸ ਅਵਸਥਾ ਵੀ ਕਹਿੰਦੇ ਹਨ, ਇਸ ਕਰੈਕਟਰ ਨੂੰ ਦਰਸਾਇਆ ਨਹੀਂ ਜਾ ਸਕਦਾ। ਅਸਲ ਵਿੱਚ ਪਾਣੀ ਐਸਿਡ ਜਾਂ ਬੇਸ ਦੇ ਆਇਨਾਂ ਨੂੰ ਵੱਖ ਕਰਨ ਵਿੱਚ ਮਦਦ ਕਰਦਾ ਹੈ। ਐਸਿਡ ਅਤੇ ਬੇਸ ਖੁਸ਼ਕ ਅਵਸਥਾ ਵਿੱਚ, ਜਿਸ ਤਰ੍ਹਾਂ ਹਾਈਡਰੋਕਲੋਰਿਕ ਐਸਿਡ ਹਾਈਡਰੋਜਨ ਕਲੋਰਾਈਡ ਗੈਸ ਮਤਲਬ HCl ਗੈਸ ਦੇ ਤੌਰ ਤੇ ਹੀ ਜਾਣੇ ਜਾਂਦੇ ਹਨ। ਇਹ H ਪੋਜ਼ਿਟਿਵ ਆਇਨ ਦੇਣ ਦੀ ਸਥਿਤੀ ਵਿੱਚ ਨਹੀਂ ਹੁੰਦੇ, ਇਸ ਲਈ ਇਹ ਐਸਿਡਿਕ ਕਰੈਕਟਰ ਨਹੀਂ ਦਰਸਾਉਂਦੇ। ਆਓ ਹੁਣ ਗਲਾਸ ਦੇ ਪਾਈਪ ਦੀ ਮਦਦ ਨਾਲ ਇੱਕ ਬੀਕਰ ਵਿੱਚ ਲਏ ਪਾਣੀ ਦੁਆਰਾ ਗੈਸ ਨੂੰ ਪਾਸ ਕਰੀਏ। H2O ਅਣੂ ਪੋਲਰ ਨੇਚਰ ਦੇ ਹਨ, ਜਿਸ ਦਾ ਅਰਥ ਹੈ ਕਿ ਉਹਨਾਂ ਕੋਲ ਆਕਸੀਜਨ ਪਰਮਾਣੂ ਦੇ ਅੰਸ਼ਿਕ ਤੌਰ ਤੇ ਨੈਗੇਟਿਵ ਚਾਰਜ ਹਨ ਅਤੇ ਹਾਈਡਰੋਜਨ ਪਰਮਾਣੂ ਦੇ ਅੰਸ਼ਿਕ ਪੋਜ਼ਿਟਿਵ ਚਾਰਜ ਹਨ। ਉਹ ਐਸਿਡ ਵਿੱਚ ਮੌਜੂਦ ਹਾਈਡਰੋਜਨ ਪਰਮਾਣੂਆਂ ਦੇ ਨਾਲ ਇੱਕ ਕਿਸਮ ਦੇ ਇਨਵੈਲਪ ਬਣਾਉਂਦੇ ਹਨ ਅਤੇ ਇਸ ਤਰ੍ਹਾਂ ਉਹ ਆਇਨਾਂ ਨੂੰ ਵੱਖ ਕਰਨ ਵਿੱਚ ਸਹਾਇਤਾ ਕਰਦੇ ਹਨ। ਇਹਨਾਂ ਆਇਨਾਂ ਨੂੰ ਹਾਈਡਰੇਟਡ ਆਇਨ ਵੀ ਕਿਹਾ ਜਾਂਦਾ ਹੈ। HCl plus water gives H positive plus Cl negative ion. The electrical current is carried through these ions. ਜਿਹੜਾ ਇਲੈਕਟ੍ਰੀਕਲ ਕਰੰਟ ਹੈ ਇਹਨਾਂ ਆਇਨਾਂ ਦੁਆਰਾ ਹੀ ਕੈਰੀ ਕੀਤਾ ਜਾਂਦਾ ਹੈ। The same apply to the other acids as well as bases. ਇਸ ਤੋਂ ਅਸੀਂ ਇਹ ਸਿੱਟਾ ਕੱਢਦੇ ਹਾਂ। First one, acid can release H positive ion only in aqueous solution. ਜਿਹੜੇ ਐਸਿਡ ਹੈ ਉਹ H positive ion ਸਿਰਫ aqueous solution ਦੇ ਵਿੱਚ ਹੀ ਰਿਲੀਜ਼ ਕਰਦੇ ਹਨ। Second, base can release OH negative ion in aqueous solution. ਜਿਹੜੇ ਬੇਸ ਹੈ ਉਹ OH negative ion ਰਿਲੀਜ਼ ਕਰਦੇ ਆ ਸਿਰਫ aqueous solution ਦੇ ਵਿੱਚ ਹੀ। In this video or lecture, we will be learn about chemical properties of acids and bases. That's all about this topic. I hope you will be understand today's topic in this lecture. Don't forget to hit the like button and share this video. Subscribe to our channel, keep hard work and make parents' name shine.